Good morning, students. How are you? I hope you all are fine. Okay. चलो ਅੱਜ ਬੇਟਾ ਆਪਾਂ ਆਪਣੇ ਸਮਾਜਿਕ ਵਿਗਿਆਨ ਦੇ ਅਰਥ ਸ਼ਾਸਤਰ ਭਾਗ ਦੇ ਲੈਸਨ ਨੰਬਰ 1 ਇੱਕ ਪਿੰਡ ਦੀ ਕਹਾਣੀ ਦੇ ਵੈਰੀ ਸ਼ੋਰਟ ਕੁਐਸਚਨ ਅਤੇ ਸ਼ੋਰਟ ਕੁਐਸਚਨ ਆਨਸਰ ਰੀਡ ਕਰਾਂਗੇ। ਪਰ ਇਹਨਾਂ ਕੁਐਸਚਨ ਨੂੰ ਪੜ੍ਹਾਉਣ ਤੋਂ ਪਹਿਲਾਂ ਅਸੀਂ ਇਹ ਜਾਣਾਂਗੇ ਕਿ ਅਰਥ ਸ਼ਾਸਤਰ ਹੁੰਦਾ ਕੀ ਹੈ। ਦੇਖੋ ਬੇਟਾ, ਤੁਸੀਂ ਜਾਣਦੇ ਹੋ ਕਿ ਰੋਜ਼ਾਨਾ ਜੀਵਨ ਵਿੱਚ ਸਾਨੂੰ ਕਿੰਨੀਆਂ ਵਸਤੂਆਂ ਦੀ ਲੋੜ ਪੈਂਦੀ ਹੈ। ਮਤਲਬ ਕਿ ਰੋਜ਼ਾਨਾ ਜੀਵਨ ਵਿੱਚ ਸਾਨੂੰ ਬਹੁਤ ਸਾਰੀਆਂ ਵਸਤੂਆਂ ਦੀ ਲੋੜ ਪੈਂਦੀ ਹੈ। ਦੇਖੋ, ਉਦਾਹਰਨ ਵਜੋਂ ਸਾਨੂੰ ਆਪਣੀ ਭੁੱਖ ਨੂੰ ਸੰਤੁਸ਼ਟ ਕਰਨ ਲਈ ਭੋਜਨ, ਆਪਣੇ ਸਰੀਰ ਨੂੰ ਢੱਕਣ ਲਈ ਕੱਪੜੇ, ਰਹਿਣ ਵਾਸਤੇ ਘਰ, ਆਵਾਜਾਈ ਲਈ ਵਾਹਨ, ਮਨੋਰੰਜਨ ਲਈ ਟੈਲੀਵਿਜ਼ਨ, ਰੇਡੀਓ, ਮੋਬਾਈਲ ਆਦਿ ਦੀ ਲੋੜ ਹੁੰਦੀ ਹੈ। ਇਹ ਜਿੰਨੀਆਂ ਵੀ ਵਸਤੂਆਂ ਅਤੇ ਸੇਵਾਵਾਂ ਹਨ ਜਿਹੜੀਆਂ ਸਾਡੀਆਂ ਲੋੜਾਂ ਨੂੰ ਪੂਰੀਆਂ ਕਰਦੀਆਂ ਹਨ, ਇਹਨਾਂ ਨੂੰ ਅਸੀਂ ਸਾਧਨ ਕਹਿੰਦੇ ਹਾਂ। ਦੇਖੋ, ਸਾਡੀ ਇੱਕ ਲੋੜ ਪੂਰੀ ਹੋਣ 'ਤੇ ਦੂਜੀ ਨਵੀਂ ਲੋੜ ਪੈਦਾ ਹੋ ਜਾਂਦੀ ਹੈ। ਮਤਲਬ ਕਿ ਸਾਡੀ ਇੱਕ ਲੋੜ ਖਤਮ ਹੁੰਦੀ ਹੈ ਅਤੇ ਦੂਸਰੀ ਨਵੀਂ ਲੋੜ ਪੈਦਾ ਹੋ ਜਾਂਦੀ ਹੈ। ਭਾਵ ਕਿ ਜਿਹੜੀਆਂ ਸਾਡੀਆਂ ਲੋੜਾਂ ਹਨ ਉਹ ਅਸੀਮਿਤ ਹਨ, ਪਰ ਸਾਡੀਆਂ ਲੋੜਾਂ ਨੂੰ ਪੂਰੀਆਂ ਕਰਨ ਵਾਲੇ ਸਾਧਨ ਸੀਮਿਤ ਹਨ। ਮਤਲਬ ਕਿ ਜਿਹੜੇ ਸਾਧਨ ਹਨ ਉਹ ਬਹੁਤ ਸੀਮਿਤ ਹੈ। ਮਨੁੱਖ ਨੂੰ ਇਹ ਨਿਰਧਾਰਿਤ ਕਰਨਾ ਪੈਂਦਾ ਹੈ ਕਿ ਉਹ ਉਪਲਬਧ ਸਾਧਨਾਂ ਨਾਲ, ਮਤਲਬ ਕਿ ਜਿਹੜੇ ਮੌਜੂਦ ਹਨ ਸਾਧਨ ਸਾਡੇ ਕੋਲ, ਆਪਣੀਆਂ ਵੱਧ ਤੋਂ ਵੱਧ ਲੋੜਾਂ ਨੂੰ ਕਿਵੇਂ ਪੂਰਾ ਕਰ ਸਕੇ। ਉਦਾਹਰਨ ਦੇ ਤੌਰ 'ਤੇ ਸਾਡੇ ਘਰ ਵਿੱਚ ਦੁੱਧ ਦੀ ਮਾਤਰਾ ਸੀਮਿਤ ਹੁੰਦੀ ਹੈ। ਮਤਲਬ ਕਿ ਦੁੱਧ ਜਿਹੜਾ ਸਾਡੇ ਘਰ ਵਿੱਚ ਲਿਮਿਟ 'ਚ ਹੁੰਦਾ ਹੈ, ਪਰ ਸਾਨੂੰ ਦੁੱਧ ਨਾਲ ਬਣੀਆਂ ਹੋਰ ਚੀਜ਼ਾਂ ਜਿਵੇਂ ਦਹੀਂ, ਲੱਸੀ, ਮੱਖਣ, ਪਨੀਰ ਆਦਿ ਦੀ ਵੀ ਲੋੜ ਹੁੰਦੀ ਹੈ। ਮਤਲਬ ਕਿ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇਹ ਵੀ ਚੀਜ਼ਾਂ ਸਾਰੀਆਂ ਨਾਲ ਹੀ ਮਿਲਣ। ਅਸੀਂ ਆਪਣੇ ਸੀਮਤ ਸਾਧਨ ਦੁੱਧ ਦੀ ਵਰਤੋਂ ਇਸ ਤਰ੍ਹਾਂ ਕਰਦੇ ਹਾਂ ਕਿ ਸਾਨੂੰ ਵੱਧ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਹੋਵੇ। ਪੂਰਾ ਦਿਨ ਅਸੀਂ ਆਪਣੀਆਂ ਇਹਨਾਂ ਲੋੜਾਂ ਦੀ ਸੰਤੁਸ਼ਟੀ ਲਈ ਯਤਨ ਕਰਦੇ ਰਹਿੰਦੇ ਹਾਂ। ਦੇਖੋ, ਮਨੁੱਖ ਵੱਲੋਂ ਸੀਮਿਤ ਸਾਧਨਾਂ ਨਾਲ ਅਸੀਮਿਤ ਲੋੜਾਂ ਦੀ ਪੂਰਤੀ ਕਰਨ ਵਾਲੇ ਵਿਵਹਾਰ ਦੇ ਅਧਿਐਨ ਨੂੰ ਅਰਥ ਸ਼ਾਸਤਰ ਕਿਹਾ ਜਾਂਦਾ ਹੈ। ਮਤਲਬ ਕਿ ਅਰਥ ਸ਼ਾਸਤਰ ਕੀ ਹੋਇਆ? ਮਤਲਬ ਕਿ ਜਿਹੜੇ ਮਨੁੱਖ ਆ ਆਪਣੇ ਸੀਮਿਤ ਸਾਧਨਾਂ ਨਾਲ ਆਪਣੇ ਅਸੀਮਿਤ ਲੋੜਾਂ ਦੀ ਪੂਰਤੀ ਕਰਦਾ ਹੈ, ਉਸ ਦੇ ਵਿਵਹਾਰ ਦੇ ਅਧਿਐਨ ਨੂੰ ਅਰਥ ਸ਼ਾਸਤਰ ਕਿਹਾ ਜਾਂਦਾ ਹੈ। ਕਹਿਣ ਦਾ ਭਾਵ ਕਿ ਅਰਥ ਸ਼ਾਸਤਰ ਮਨੁੱਖ ਦੇ ਉਹਨਾਂ ਕੰਮਾਂ ਦਾ ਅਧਿਐਨ ਹੈ ਜੋ ਸਾਨੂੰ ਇਹ ਦੱਸਦਾ ਹੈ ਕਿ ਕਿਸ ਤਰ੍ਹਾਂ ਸੀਮਤ ਸਾਧਨਾਂ ਦੀ ਵਰਤੋਂ ਕਰਕੇ ਵੱਧ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਕੀਤੀ ਜਾ ਸਕਦੀ ਹੈ। ਦੇਖੋ, ਅਰਥ ਸ਼ਾਸਤਰ ਮਨੁੱਖੀ ਵਰਤਾਰੇ ਦਾ ਉਹ ਵਿਗਿਆਨ ਹੈ, ਮਨੁੱਖੀ ਵਰਤਾਰੇ ਭਾਵ ਕਿ ਮਨੁੱਖ ਦੁਆਰਾ ਕੀਤੇ ਗਏ ਕੰਮ ਦਾ ਉਹ ਵਿਗਿਆਨ ਹੈ ਜਿਸ ਦਾ ਸੰਬੰਧ ਦੁਰਲਭ ਸਾਧਨਾਂ ਦਾ ਪ੍ਰਯੋਗ ਅਜਿਹੇ ਢੰਗ ਨਾਲ ਕਰਨ ਤੋਂ ਹੈ ਜਿਸ ਨਾਲ ਉਪਭੋਗਤਾ ਅਧਿਕਤਮ ਸੰਤੁਸ਼ਟੀ ਪ੍ਰਾਪਤ ਕਰ ਸਕੇ। ਉਪਭੋਗਤਾ ਤੋਂ ਭਾਵ ਜਿਹੜਾ ਇਹਨਾਂ ਚੀਜ਼ਾਂ ਦਾ ਪ੍ਰਯੋਗ ਕਰਦਾ ਹੈ, ਮਤਲਬ ਕਿ ਉਸ ਨੂੰ ਸੰਤੁਸ਼ਟੀ ਪ੍ਰਾਪਤ ਹੋ ਸਕੇ ਅਤੇ ਉਤਪਾਦਕ ਅਧਿਕਤਮ ਲਾਭ ਪ੍ਰਾਪਤ ਕਰ ਸਕੇ। ਉਤਪਾਦਕ ਭਾਵ ਜਿਹੜੀਆਂ ਚੀਜ਼ਾਂ ਨੂੰ ਬਣਾਉਂਦਾ ਹੈ, ਜਿਹੜਾ ਪੈਦਾ ਕਰਦਾ ਹੈ, ਮਤਲਬ ਕਿ ਉਸ ਨੂੰ ਵੱਧ ਤੋਂ ਵੱਧ ਲਾਭ ਪ੍ਰਾਪਤ ਹੋ ਸਕੇ ਅਤੇ ਸਮਾਜ ਆਪਣੀ ਭਲਾਈ ਅਧਿਕਤਮ ਕਰ ਸਕੇ ਅਤੇ ਨਾਲ ਸਮਾਜ ਦੀ ਵੀ ਭਲਾਈ ਹੋਵੇ। ਇਸ ਪ੍ਰਕਾਰ ਅਰਥ ਸ਼ਾਸਤਰ ਸਾਨੂੰ ਇਹ ਦੱਸਦਾ ਹੈ ਕਿ ਕਿਸ ਤਰ੍ਹਾਂ ਸੀਮਿਤ ਸਾਧਨਾਂ ਦਾ ਪ੍ਰਯੋਗ ਕਰਕੇ ਇੱਕ ਉਪਭੋਗਤਾ ਵੱਧ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਕਰ ਸਕੇ ਅਤੇ ਇੱਕ ਉਤਪਾਦਕ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕੇ ਅਤੇ ਨਾਲ ਨਾਲ ਸਮਾਜ ਦੀ ਵੀ ਵੱਧ ਤੋਂ ਵੱਧ ਭਲਾਈ ਹੋ ਸਕੇ। ਇਸ ਪ੍ਰਕਾਰ ਮਨੁੱਖ ਵੱਲੋਂ ਸੀਮਤ ਸਾਧਨਾਂ ਨਾਲ ਆਪਣੀਆਂ ਅਸੀਮਤ ਲੋੜਾਂ ਦੀ ਪੂਰਤੀ ਕਰਨ ਵਾਲੇ ਵਿਵਹਾਰ ਦੇ ਅਧਿਐਨ ਨੂੰ ਅਰਥ ਸ਼ਾਸਤਰ ਕਿਹਾ ਜਾਂਦਾ ਹੈ। ਅੱਗੇ ਨੈਕਸਟ ਆਪਾਂ ਪੜ੍ਹਾਂਗੇ
ਆਰਥਿਕ ਕਿਰਿਆਵਾਂ ਬਾਰੇ। ਆਰਥਿਕ ਕਿਰਿਆਵਾਂ ਦੇਖੋ ਕੀ ਹੁੰਦੀਆਂ। ਦੇਖੋ ਹਰ ਮਨੁੱਖ ਸੀਮਿਤ ਸਾਧਨਾਂ ਨਾਲ ਆਪਣੀਆਂ ਅਸੀਮਿਤ ਲੋੜਾਂ ਨੂੰ ਪੂਰੀਆਂ ਕਰਨ ਲਈ ਕੁਝ ਕਿਰਿਆਵਾਂ ਕਰਦਾ ਹੈ। ਇਹਨਾਂ ਕਿਰਿਆਵਾਂ ਨੂੰ ਆਰਥਿਕ ਕਿਰਿਆਵਾਂ ਕਿਹਾ ਜਾਂਦਾ ਹੈ। ਦੇਖੋ ਇਹ ਕਿਰਿਆਵਾਂ ਧਨ ਕਮਾਉਣ ਦੇ ਉਦੇਸ਼ ਨਾਲ ਕੀਤੀਆਂ ਜਾਂਦੀਆਂ ਹਨ। ਮਤਲਬ ਕਿ ਜਿਹੜੀਆਂ ਕਿਰਿਆਵਾਂ ਸਿਰਫ ਧਨ ਕਮਾਉਣ ਦੇ ਉਦੇਸ਼ ਨਾਲ ਕੀਤੀਆਂ ਜਾਣ ਉਹਨਾਂ ਨੂੰ ਆਪਾਂ ਆਰਥਿਕ ਕਿਰਿਆਵਾਂ ਕਹਿੰਦੇ ਹਨ। ਦੇਖੋ ਉਦਾਹਰਨ ਦੇ ਤੌਰ 'ਤੇ ਦੇਖੋ ਇੱਕ ਅਧਿਆਪਕ ਦੁਆਰਾ ਸਕੂਲ ਵਿੱਚ ਪੜ੍ਹਾਉਣਾ। ਮਤਲਬ ਕਿ ਦੇਖੋ ਅਧਿਆਪਕ ਸਕੂਲ ਵਿੱਚ ਪੜ੍ਹਾਉਂਦਾ, ਉਹਨੂੰ ਸੈਲਰੀ ਮਿਲਦੀ ਹੈ, ਤਨਖਾਹ ਮਿਲਦੀ ਹੈ। ਮਤਲਬ ਕਿ ਉਸ ਦਾ ਉਦੇਸ਼ ਕੀ ਹੈ? ਪੜ੍ਹਾ ਕੇ ਪੈਸੇ ਕਮਾਉਣੇ। ਇਸੇ ਤਰ੍ਹਾਂ ਡਾਕਟਰ ਵੀ ਮਰੀਜ਼ਾਂ ਦਾ ਇਲਾਜ ਧਨ ਕਮਾਉਣ ਦੇ ਉਦੇਸ਼ ਨਾਲ ਕਰਦਾ ਹੈ। ਦੇਖੋ ਅਧਿਆਪਕ ਅਤੇ ਡਾਕਟਰ ਵੱਲੋਂ ਆਪਣੀਆਂ ਸੇਵਾਵਾਂ ਦੇ ਬਦਲੇ ਧਨ ਕਮਾਇਆ ਜਾ ਰਿਹਾ ਹੈ। ਅੱਗੇ ਦੇਖੋ ਨੈਕਸਟ ਹੈ ਆਰਥਿਕ ਕਿਰਿਆਵਾਂ ਦਾ ਸੰਬੰਧ ਧਨ ਦੇ ਉਪਭੋਗ, ਉਤਪਾਦਨ, ਵਟਾਂਦਰਾ ਅਤੇ ਵੰਡ ਤੋਂ ਹੁੰਦਾ ਹੈ। ਦੇਖੋ ਅਰਥ ਸ਼ਾਸਤਰ ਵਿੱਚ ਧਨ ਦਾ ਮਤਲਬ ਸਿਰਫ ਰੁਪਏ ਪੈਸੇ ਨਹੀਂ ਹੁੰਦਾ। ਧਨ ਤੋਂ ਭਾਵ ਉਹ ਸਾਰੀਆਂ ਵਸਤੂਆਂ ਅਤੇ ਸੇਵਾਵਾਂ ਜੋ ਅਸੀਂ ਉਪਭੋਗ ਕਰਨ ਦੇ ਲਈ ਕੀਮਤ ਦੇ ਕੇ ਖਰੀਦਦੇ ਹਾਂ। ਮਤਲਬ ਕਿ ਜਿਹੜਾ ਧਨ ਹੁੰਦਾ ਹੈ ਇਹ ਵਸਤੂਆਂ ਅਤੇ ਸੇਵਾਵਾਂ ਹੁੰਦੀਆਂ ਵਾ ਜਿਹੜੀਆਂ ਅਸੀਂ ਆਪਣੇ ਉਪਭੋਗ ਭਾਵ ਉਪਯੋਗ ਕਰਨ ਵਾਸਤੇ ਕੀਮਤ ਦੇ ਕੇ ਖਰੀਦਦੇ ਹਾਂ। ਇਸ ਪ੍ਰਕਾਰ ਆਰਥਿਕ ਕਿਰਿਆਵਾਂ ਪ੍ਰਭਾਵ ਉਹ ਕਿਰਿਆਵਾਂ ਜਿਹੜੀਆਂ ਆਪਾਂ ਆਪਣੀਆਂ ਅਸੀਮਤ ਲੋੜਾਂ ਨੂੰ ਪੂਰੀਆਂ ਕਰਨ ਲਈ ਕਰਦੇ ਹਨ ਅਤੇ ਆਰਥਿਕ ਕਿਰਿਆਵਾਂ ਕੇਵਲ ਧਨ ਕਮਾਉਣ ਦੇ ਉਦੇਸ਼ ਨਾਲ ਹੀ ਕੀਤੀਆਂ ਜਾਂਦੀਆਂ ਹੈ। ਇਸ ਤੋਂ ਬਾਅਦ ਅਸੀਂ ਅੱਗੇ ਪੜ੍ਹਾਂਗੇ ਅਨਆਰਥਿਕ ਕਿਰਿਆਵਾਂ। ਅਨਆਰਥਿਕ ਕਿਰਿਆਵਾਂ ਕੀ ਹੁੰਦੀਆਂ ਹਨ? ਦੇਖੋ ਅਨਆਰਥਿਕ ਕਿਰਿਆਵਾਂ ਉਹ ਕਿਰਿਆਵਾਂ ਹਨ ਜਿਨ੍ਹਾਂ ਦਾ ਉਦੇਸ਼ ਧਨ ਨੂੰ ਪ੍ਰਾਪਤ ਕਰਨਾ ਨਹੀਂ ਹੁੰਦਾ। ਮਤਲਬ ਕਿ ਜਿਹੜੀਆਂ ਅਨਆਰਥਿਕ ਕਿਰਿਆਵਾਂ ਹੁੰਦੀਆਂ ਵਾ ਉਹਨਾਂ ਦਾ ਉਦੇਸ਼ ਧਨ ਪ੍ਰਾਪਤ ਨਹੀਂ ਕਰਨਾ। ਮਤਲਬ ਕਿ ਜਿਹੜੀਆਂ ਆਰਥਿਕ ਕਿਰਿਆਵਾਂ ਵਾ ਆਪਾਂ ਪਿੱਛੇ ਪੜ੍ਹਿਆ ਸੀ ਕਿ ਉਹਨਾਂ ਦਾ ਉਦੇਸ਼ ਕੀ ਹੁੰਦਾ ਵਾ? ਧਨ ਕਮਾਉਣਾ। ਦੇਖੋ ਇਹ ਕਿਰਿਆਵਾਂ ਦੇਸ਼ ਭਗਤੀ, ਪਰਿਵਾਰ ਕਲਿਆਣ, ਸਮਾਜ ਸੇਵਾ, ਸਿਹਤ, ਮਨੋਰੰਜਨ ਆਦਿ ਨਾਲ ਸੰਬੰਧਿਤ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਕੀਤੀਆਂ ਜਾਂਦੀਆਂ ਹਨ। ਇਹਨਾਂ ਕਿਰਿਆਵਾਂ ਦੇਖੋ ਮੁੱਖ ਉਦੇਸ਼ ਕੀ ਹੁੰਦੇ ਆ? ਦੇਸ਼ ਭਗਤੀ, ਪਰਿਵਾਰ ਕਲਿਆਣ, ਸਮਾਜ ਸੇਵਾ। ਮਤਲਬ ਕਿ ਆਦਿ ਭਾਵਨਾਵਾਂ ਨਾਲ ਜੋ ਸੇਵਾਵਾਂ ਕੀਤੀਆਂ ਜਾਂਦੀਆਂ ਵਾ ਉਹਨਾਂ ਨੂੰ ਅਨਆਰਥਿਕ ਕਿਰਿਆਵਾਂ ਕਿਹਾ ਜਾਂਦਾ ਹੈ। ਉਹਨਾਂ ਨੂੰ ਮੁਦਰਾ ਦੇ ਮਾਪਦੰਡ ਰਾਹੀਂ ਨਹੀਂ ਮਾਪਿਆ ਜਾ ਸਕਦਾ। ਭਾਵ ਕਿ ਇਹਨਾਂ ਕਿਰਿਆਵਾਂ ਦਾ ਉਦੇਸ਼ ਧਨ ਕਮਾਉਣਾ ਨਹੀਂ ਹੁੰਦਾ। ਮਤਲਬ ਕਿ ਇਹ ਧਨ ਕਮਾਉਣ ਦੇ ਉਦੇਸ਼ ਨਾਲ ਨਹੀਂ ਕੀਤੀਆਂ ਜਾਂਦੀਆਂ। ਜਿਵੇਂ ਦੇਖੋ ਉਦਾਹਰਣ ਵਜੋਂ ਇੱਕ ਅਧਿਆਪਕ ਦੁਆਰਾ ਆਪਣੇ ਪੁੱਤਰ ਨੂੰ ਪੜ੍ਹਾਉਣਾ, ਇੱਕ ਡਾਕਟਰ ਦੁਆਰਾ ਆਪਣੇ ਬੱਚੇ ਦਾ ਇਲਾਜ ਕਰਨਾ। ਇਹਨਾਂ ਕਿਰਿਆਵਾਂ ਦੇ ਬਦਲੇ ਧਨ ਨਹੀਂ ਕਮਾਇਆ ਜਾ ਰਿਹਾ। ਮਤਲਬ ਕਿ ਇਸ ਤਰ੍ਹਾਂ ਦੀਆਂ ਕਿਰਿਆਵਾਂ ਨੂੰ ਆਪਾਂ ਅਨਆਰਥਿਕ ਕਿਰਿਆਵਾਂ ਕਹਿੰਦੇ ਹਾਂ। ਤਰ੍ਹਾਂ ਅਨਆਰਥਿਕ ਕਿਰਿਆਵਾਂ ਉਹ ਕਿਰਿਆਵਾਂ ਹੁੰਦੀਆਂ ਹਨ ਜਿਨ੍ਹਾਂ ਦਾ ਉਦੇਸ਼ ਧਨ ਨੂੰ ਪ੍ਰਾਪਤ ਕਰਨਾ ਨਹੀਂ ਹੁੰਦਾ। ਇਸ ਦੇ ਉਲਟ ਜਿਹੜੀਆਂ ਆਰਥਿਕ ਕਿਰਿਆਵਾਂ ਹੁੰਦੀਆਂ ਹਨ ਉਹਨਾਂ ਦਾ ਉਦੇਸ਼ ਧਨ ਪ੍ਰਾਪਤ ਕਰਨਾ ਹੁੰਦਾ ਹੈ। ਅੱਜ ਅਸੀਂ ਇਸ ਚੈਪਟਰ ਵਿੱਚ ਪੜ੍ਹਿਆ ਕਿ ਅਰਥ ਸ਼ਾਸਤਰ ਕੀ ਹੁੰਦਾ ਹੈ। ਉਸ ਤੋਂ ਬਾਅਦ ਅਸੀਂ ਪੜ੍ਹਿਆ ਕਿ ਆਰਥਿਕ ਅਤੇ ਅਨਆਰਥਿਕ ਕਿਰਿਆਵਾਂ ਕੀ ਹੁੰਦੀਆਂ ਹਨ। ਅਸੀਂ ਅਗਲੀ ਵੀਡੀਓ ਵਿੱਚ ਇਸ ਲੈਸਨ ਦੇ ਵੈਰੀ ਸ਼ੋਰਟ ਕੁਐਸਚਨ ਆਨਸਰ ਅਤੇ ਸ਼ੋਰਟ ਕੁਐਸਚਨ ਆਨਸਰ ਰੀਡ ਕਰਾਂਗੇ।